ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਜੀ ਇੱਕ ਸਾਖੀ ਪ੍ਰੋਗਰਾਮ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੇ ਹੋ। ਅੱਜ ਅਸੀਂ ਗੱਲ ਕਰਾਂਗੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ। ਦਿੱਲੀ ਦੇ ਵਿੱਚ ਇੱਕ ਹਾਥੀ ਨੂੰ ਕਿਸ ਤਰੀਕੇ ਜਿੰਦਾ ਕੀਤਾ। ਅਸੀਂ ਇਹ ਸਾਖੀਆਂ ਪੁਰਾਤਨ ਜਨਮ ਸਾਖੀ, ਜਿਸ ਨੂੰ ਵਲਾਇਤ ਵਾਲੀ ਸਾਖੀ ਵੀ ਕਹਿੰਦੇ ਹਨ, ਉਹਦੇ ਵਿੱਚੋਂ ਪੜ੍ਹ ਸੁਣ ਰਹੇ ਹਾਂ। ਔਰ ਉਸ ਦੀ ਜੋ ਪੁਰਾਤਨ ਭਾਸ਼ਾ ਹੈ, ਪੁਰਾਤਨ ਪੰਜਾਬੀ ਜੋ ਵੀ ਉਸ ਸਮੇਂ ਦੀ ਭਾਸ਼ਾ ਹੈ, ਬੜੀ ਸਵਾਦਲੀ ਹੈ। ਪਰ ਕਈ ਥਾਈਂ ਉਹਦੇ ਸ਼ਬਦ ਐਸੇ ਹਨ ਜੋ ਸਮਝ ਨਹੀਂ ਆਉਂਦੇ। ਇਸ ਲਈ ਯਤਨ ਕੀਤਾ ਜਾਂਦਾ ਹੈ ਕਿ ਸੰਗਤ ਸਹੀ ਤਰੀਕੇ ਦੇ ਨਾਲ ਸਮਝ ਸਕੇ। ਆਓ ਸਾਖੀ ਸੁਣਦੇ ਹਾਂ। आए दिल्ली निकले, तब दिल्ली का पातशाह सुल्तान ब्रह्म बेग था। श्री गुरु नानक देव जी महाराज दिल्ली पहुँचे दुनिया नूं तारदे हुए। उस समय दिल्ली का जिहड़ा बादशाह सी इब्राहिम बेग गद्दी उत्ते राज गद्दी ते बैठा सी। उहाँ जाए रात रहे महावत विच। ਜਦੋਂ ਉੱਥੇ ਗਏ ਤੇ ਰਾਤ ਨੂੰ ਰੁਕੇ। ਮਹਾਵਤਾਂ ਦੇ ਨੇੜੇ ਘਰ ਸਨ, ਹਾਥੀ ਵਗੈਰਾ ਚਲਾਉਣ ਵਾਲੇ ਜਿਹੜੇ ਸਨ। ਅਨ ਖਿਜਮਤ ਬਹੁਤ ਕੀਤੀ, ਉਹਨਾਂ ਨੇ ਬੜੀ ਸੇਵਾ ਕੀਤੀ। ਤਬ ਇੱਕ ਹਾਥੀ ਪਾਸ ਮੂਆ ਪਿਆ ਥਾ। ਕੀ ਹੋਇਆ? ਇਹ ਦੇਖਿਆ ਕਿ ਬਿਲਕੁਲ ਜਿੱਥੇ ਆਪ ਜੀ ਟਿਕੇ ਹੋਏ ਹਨ, ਉੱਥੇ ਨੇੜੇ ਹੀ ਇੱਕ ਹਾਥੀ ਮਰ ਗਿਆ ਹੈ। लोग पिटदे रोंदे आए। लोकी बड़े रोए, बड़े दुखी होए। तब बाबे पुछया, तुसी क्यों रोंदे हो? तां उन्हां अर्ज कीती, जी असीं हाथी दे पिछे रोंदे हां। बाबा जी ने पुछया, क्यों रोने हो? कहंदे जी हाथी करके। तब बाबे आख्या, हाथी किस दा था? हाथी किहदा सी भाई? गुरु नानक देव जी महाराज जी ने आख्या। तब महावत कहया, हाथी पातशाह दा था। महाराज जी, ये हाथी राजे दा सी, एक खुदाए दा था। ये एक रब दा है, जीव ते रब दा है, पर इहदे उत्ते मलकीयत राजे दी सी। तब बाबे कहा, तुसी क्यों रोंदे हो? गुरु जी ने आख्या, भाई रोंदे क्यों हो? ਤਾਂ ਉਹਨਾਂ ਆਖਿਆ, ਜੀ ਇਹ ਸਾਡਾ ਰੁਜ਼ਗਾਰ ਥਾ ਮਹਾਰਾਜ, ਸਾਡੀ ਰੋਜੀ ਰੋਟੀ ਦਾ ਹੀਲਾ ਬਣਿਆ ਹੋਇਆ ਸੀ। ਤਾਂ ਬਾਬੇ ਆਖਿਆ, ਹੋਰ ਰੁਜ਼ਗਾਰ ਕਰੋ। ਗੁਰੂ ਜੀ ਨੇ ਆਖਿਆ, ਭਾਈ ਕੋਈ ਹੋਰ ਰੁਜ਼ਗਾਰ, ਕੋਈ ਹੋਰ ਕੰਮ ਧੰਦਾ ਕਰ ਲਓ। ਪਰਮਾਤਮਾ ਰੱਬ ਨੇ ਬੜੇ ਰਾਹ ਦਿੱਤੇ ਆ ਜੀਵਨ ਦੇ ਵਿੱਚ। ਇੱਕ ਬੰਦ ਹੁੰਦਾ ਹੈ ਅਤੇ 10 ਰਾਹ ਹੋਰ ਖੋਲ੍ਹ ਦਿੰਦਾ ਹੈ। ਤਬ ਉਹਨਾਂ ਕਿਹਾ, ਜੀ ਬਣੀ ਥੀ ਟੱਬਰ ਸੁਖਾਲੇ ਪਏ ਖਾਂਦੇ ਸੇ। ਗੁਰੂ ਜੀ ਬੜਾ ਸੌਖਾ ਸੀ, ਬੜੀ ਚੰਗੀ ਬਣੀ ਸੀ। ਟੱਬਰ ਬੜੇ ਸੁਖਾਲੇ ਢੰਗ ਦੇ ਨਾਲ ਰੋਟੀ ਖਾਂਦੇ ਪਏ ਸਨ। ਤਬ ਬਾਬਾ ਮਿਹਰ ਕੀਤੀ। ਆਖਿਓ, ਗੁਰੂ ਬਾਬਾ ਜੀ ਮਿਹਰ ਦੇ ਘਰ ਵਿੱਚ ਆਏ ਅਤੇ ਆਖਣ ਲੱਗੇ, ਜੋ ਇਹ ਹਾਥੀ ਜੀਵੈ ਤਾਂ ਰੋਵੈ ਨਾਹੀਂ। ਭਾਈ, ਜੇ ਤੁਹਾਡਾ ਹਾਥੀ ਜਿੰਦਾ ਹੋ ਜਾਏ ਤਾਂ ਤੇ ਤੁਸੀਂ ਨਹੀਂ ਨਾ ਰੋਵੋਗੇ। ਉਹ ਗਰੀਬਾਂ ਦਾ ਦਰਦੀ, ਗਰੀਬਾਂ ਦੇ ਹੰਝੂ ਕਿੱਥੇ ਦੇਖ ਸਕਦਾ ਸੀ। ਆਖਣ ਲੱਗੇ, ਜੇ ਹਾਥੀ ਜਿੰਦਾ ਹੋ ਜਾਏ ਫਿਰ ਤਾਂ ਨਹੀਂ ਰੋਵੋਗੇ। ਤਬ ਉਹਨਾਂ ਆਖਿਆ, ਜੀ ਮੂਹੇ ਕਿੱਥੋਂ ਜੀਵੇ ਹਨ? ਹੇ ਫਕੀਰ ਜੀ, ਹੇ ਸੰਤ ਜੀ, ਮੁਰਦੇ ਵੀ ਕਦੇ ਜਿਉਂਦੇ ਹਨ। ਮਹਾਰਾਜ ਜੀ ਕਹਿਣ ਲੱਗੇ, ਤਾਂ ਬਾਬੇ ਆਖਿਆ, ਜਾਏ ਕਰ ਇਸ ਦੇ ਮੂੰਹ ਉੱਪਰ ਹੱਥ ਫੇਰੋ, ਵਾਹਿਗੁਰੂ ਆਖੋ। ਕਹਿਣ ਲੱਗੇ, ਜਾਓ ਜਾ ਕੇ ਇਸ ਹਾਥੀ ਦੇ ਮੂੰਹ 'ਤੇ ਹੱਥ ਫੇਰੋ, ਨਾਲ ਵਾਹਿਗੁਰੂ ਆਖੋ। ਤਬ ਉਹਨ ਆਗਿਆ ਮੰਨੀ, ਜਾਏ ਹੱਥ ਫੇਰਿਆ। ਤਾਂ ਉਹਨਾਂ ਨੇ ਜੀ ਗੁਰੂ ਜੀ ਦੀ ਆਗਿਆ ਮੰਨੀ, ਜਾ ਕੇ ਹਾਥੀ ਦੇ ਮੂੰਹ 'ਤੇ ਹੱਥ ਫੇਰਿਆ ਅਤੇ ਨਾਲ ਵਾਹਿਗੁਰੂ ਆਖਿਆ। ਫਿਰ ਹੋਇਆ ਕੀ? ਤਾਂ ਹਾਥੀ ਉੱਠ ਖੜਾ ਹੋਇਆ। ਹਾਥੀ ਉੱਠ ਕੇ ਖੜਾ ਹੋ ਗਿਆ। ਤਬ
अर्ज पातशाह को पहुँचाई। उस वक्त ये गल का चर्चा इन्ना होया कि बादशाह तक, इब्राहिम दे तक गल पहुँच गई। तब सुल्तान ब्रह्म बेग हाथी मंगाया। राजे ने हाथी मंगवाया, अपनी सवारी दे लई चढ़ कर दीदार नूं आया। अपने महलों चों चल के चढ़ के हाथी दे उत्ते दीदार लई आया, दर्शनां दे लई आया। आए बैठा, कोल बैठा, आखे उस ए दरवेश, इहो हाथी तुसीं जी वाया है। आखन लगा बादशाह, ए दरवेश, की ये हाथी तुसीं जिंदा कीता है? तब बाबे आख्या, मारन जीवालण वाला खुदाए है। गुरु बाबा जी ने आख्या, ए राजा, ए बादशाह, जिंदगी अते मौत दा मालिक वो रब है, वो खुदा है, अते दुआए फकीरां रहम अल्लाह है। फकीर ते दुआ कर सकते हैं, ਉਹਦੇ ਅੱਗੇ ਬੇਨਤੀ ਕਰ ਸਕਦੇ ਹਨ, ਅਰਦਾਸ ਕਰ ਸਕਦੇ ਹਨ, ਔਰ ਅੱਗੇ ਉਸ ਅੱਲਾ ਦੀ ਮਰਜ਼ੀ ਹੈ, ਉਹ ਆਪਣੇ ਫਕੀਰਾਂ 'ਤੇ ਰਹਿਮ ਕਰਦਾ ਹੈ। ਫਕੀਰ ਅਰਦਾਸ ਬੇਨਤੀ ਕਰਦੇ ਅਤੇ ਜ਼ਿੰਦਗੀ ਅਤੇ ਮੌਤ ਅੱਲਾ ਦਿੰਦਾ ਹੈ। ਤਾਂ ਫਿਰ ਪਾਤਸ਼ਾਹ ਆਖਿਆ, ਮਾਰ ਦਿਖਾ ਲ। ਪਾਤਸ਼ਾਹ ਆਖਣ ਲੱਗਾ, ਮਹਾਰਾਜ ਫਕੀਰ ਜੀ, ਇਹਨੂੰ ਫੇਰ ਮਾਰ ਕੇ ਦਿਖਾਓ ਇੱਕ ਵਾਰ। ਤਾਂ ਬਾਬਾ ਬੋਲਿਆ, ਮਾਰਾ ਜੀ ਵਾਲਾ ਸੋਈ, ਏਕਸ ਬਿਨ ਅਵਰ ਨਾ ਕੋਈ। ਗੁਰੂ ਜੀ ਕਹਿਣ ਲੱਗੇ, ਐ ਬਾਦਸ਼ਾਹ, ਮਾਰਨ ਵਾਲਾ ਅਤੇ ਜ਼ਿੰਦਗੀ ਦੇਣ ਵਾਲਾ ਕੇਵਲ ਉਹੀ ਹੈ। ਉਸ ਤੋਂ ਬਿਨਾਂ, ਰੱਬ ਤੋਂ ਬਿਨਾਂ, ਉਸ ਖੁਦਾ ਤੋਂ ਬਿਨਾਂ ਕੋਈ ਹੋਰ ਨਹੀਂ ਹੈ ਜਿਹਦੇ ਕੋਲ ਜ਼ਿੰਦਗੀ ਅਤੇ ਮੌਤ ਦੀ ਤਾਕਤ ਹੋਵੇ, ਜਾਂ ਕੋਈ ਹੋਰ ਨਹੀਂ ਹੈ ਜੋ ਜੀਵਨ ਦੇ ਸਕੇ, ਮਾਰ ਸਕੇ। ਇਹ ਤਾਕਤ ਸਿਰਫ ਉਹਦੇ ਕੋਲ ਹੈ। ਪਰ ਮਹਾਰਾਜ ਦੇ ਨੇ ਕਹਿਣ ਦੇ ਨਾਲ ਤਬ ਹਾਥੀ ਮਰ ਗਿਆ। ਦੇਖਦਿਆਂ ਦੇਖਦਿਆਂ ਹਾਥੀ ਫਿਰ ਡਿੱਗ ਗਿਆ ਥੱਲੇ ਧਰਤੀ ਦੇ ਉੱਤੇ। ਬੜੀ ਹੈਰਾਨੀ ਹੋਈ, ਸਾਰੇ ਦੇਖਦੇ ਹਨ। ਬਹੁੜ ਪਾਤਸ਼ਾਹ ਆਖਿਆ, ਜੀਵਾਲ। ਬਾਦਸ਼ਾਹ ਫਿਰ ਕਹਿਣ ਲੱਗਾ, ਕਹਿੰਦਾ ਜੀ ਮੈਨੂੰ ਦਿਖਾਓ, ਫਿਰ ਇਹਨੂੰ ਜਿੰਦਾ ਕਰੋ। ਤਬ ਬਾਬੇ ਕਹਿਆ, ਹਜ਼ਰਤ, ਲੋਹਾ ਅੱਗ ਵਿੱਚ ਤਪ ਲਾਲ ਹੁੰਦਾ ਹੈ। ਕਹਿਣ ਲੱਗੇ, ਬਾਦਸ਼ਾਹ, ਜਿਹੜਾ ਲੋਹਾ ਹੈ ਨਾ, ਲੋਹਾ ਅੱਗ ਵਿੱਚ ਪਾ ਦਈਏ ਤੇ ਅੱਗ ਵਿੱਚ ਤਪ ਕੇ ਲਾਲ ਹੋ ਜਾਂਦਾ ਹੈ, ਪਰ ਉਹ ਰੱਤੀ ਹੱਥ ਉੱਪਰ ਟਿਕੇ ਨਹੀਂ। ਜੇ ਲੋਹੇ ਨੂੰ ਹੱਥ ਵਿੱਚ ਫੜੀਏ, ਗਰਮ ਨੂੰ, ਲਾਲ ਨੂੰ, ਤੇ ਫੜਿਆ ਜਾਂਦਾ ਕਿਤੇ, ਰੱਤੀ ਭਰ ਵੀ ਨਹੀਂ, ਹੱਥ ਵਿੱਚ ਨਹੀਂ ਫੜਿਆ ਨਹੀਂ ਜਾ ਸਕਦਾ। ਅਤੇ ਅੰਗਿਆਰ ਕੋਈ ਰੱਤੀ ਰਹਿ ਕਿਉਂ? ਤੇ ਕਹਿਣ ਲੱਗੇ, ਪਰ ਜੇ ਉਹੀ ਅੱਗ ਕਿਸੇ, ਕਹਿ ਲਓ ਕਿ ਕੋਲੇ ਵਿੱਚ ਹੋਵੇ, ਅੱਗ ਤੇ ਵਿੱਚ ਹੁੰਦੀ ਅੱਗ ਹੈ, ਪਰ ਉਹਨੂੰ, ਕੋਲੇ ਨੂੰ ਕਈ ਵਾਰੀ ਹੱਥ 'ਤੇ ਚੁੱਕ ਲਈਦਾ। ਕਿਉਂ? ਕਿਉਂਕਿ ਹੁੰਦੀ ਅੱਗ ਹੈ, ਪਰ ਅੱਗ ਕੋਲੇ ਦੇ ਵਿੱਚ ਲੁਕੀ ਹੁੰਦੀ ਹੈ। ਇਸੇ ਤਰੀਕੇ ਖੁਦਾਏ ਦੇ ਵਿੱਚ ਫਕੀਰ ਲਾਲ ਹੋਏ ਹਨ, ਅਤੇ ਖੁਦਾਏ ਕੀ ਸੱਟੀ ਉਹ ਉਠਾਏ ਲੈਣ। ਇਹ ਫਕੀਰ ਪਹਿਲਾਂ ਰੱਬ ਨੇ ਸੁੱਟਿਆ ਸੀ। ਰੱਬ ਦੇ ਵਿੱਚ, ਰੱਬ ਦੇ ਫਕੀਰ ਉਹਦੇ ਵਿੱਚ ਰੰਗੇ ਹੋਏ ਲਾਲ ਹੋ ਜਾਂਦੇ ਹਨ। ਖੁਦਾ ਸੁੱਟ ਦੇਵੇ ਅਤੇ ਖੁਦਾ ਦੀ ਸੁੱਟੀ ਹੋਈ ਨੂੰ ਫਕੀਰ ਉਠਾ ਲੈਂਦੇ ਹਨ। ਪਰ ਉਨਕੀ ਸੁੱਟੀ ਉੱਠਣੋਂ ਰਹੀ। ਐ ਬਾਦਸ਼ਾਹ, ਅਗਰ ਫਕੀਰ ਸੁੱਟ ਦੇ, ਫਕੀਰ ਮਾਰ ਦੇ, ਅਤੇ ਫਕੀਰ ਦੀ ਮਾਰੀ ਨੂੰ ਕੋਈ ਛੁਡਵਾ ਨਹੀਂ ਸਕਦਾ। ਰੱਬ ਦੀ ਸੱਟੀ ਨੂੰ ਫਕੀਰ ਉਠਾ ਲੈਂਦੇ, ਪਰ ਫਕੀਰ ਦੀ ਸੱਟੀ ਨੂੰ ਕੌਣ ਉਠਾਵੇ? ਤਬ ਪਾਤਸ਼ਾਹ ਸਮਝ ਕਰ ਬਹੁਤ ਖੁਸ਼ੀ ਹੋਆ। ਬਾਦਸ਼ਾਹ ਦੀ ਗੱਲ ਸਮਝ ਆ ਗਈ, ਬੜਾ ਖੁਸ਼ ਹੋਇਆ। ਤਬ ਆਖਿਓਸ ਜੀ ਕਸ਼ ਕਬੂਲ ਕਰ। ਹੱਥ ਜੋੜ ਕੇ ਕਹਿਣ ਲੱਗਾ, ਜੀ ਮੇਰੀ ਕੋਈ ਭੇਟਾ ਕਬੂਲ ਕਰ ਲਓ। ਤਬ ਬਾਬਾ ਬੋਲਿਆ, ਭੁੱਖ ਖੁਦਾਏ ਕੀ ਬੇਆ ਬੇਪਰਵਾਹੀ, ਅਸਾਂ ਤਲਬ ਦੀਦਾਰ ਕੀ ਬੇਆ ਤਲਬ ਨਾ ਕਾਈ। ਆਖਣ ਲੱਗੇ, ਇੱਕ ਪਰਮਾਤਮਾ ਰੱਬ ਅੱਲਾਹ ਦੀ ਭੁੱਖ ਹੈ, ਹੋਰ ਦੁਨੀਆ ਦੀਆਂ ਚੀਜ਼ਾਂ ਵੱਲੋਂ ਇਹ ਬਾਦਸ਼ਾਹ ਬੇਪਰਵਾਹੀ ਕੀਤੀ ਹੈ। ਬਸ ਉਹਦੇ ਦੀਦਾਰ ਦੀ, ਉਹਦੇ ਦਰਸ਼ਨਾਂ ਦੀ ਤਲਬ ਭੁੱਖ ਹੈ, ਦੁਨੀਆ ਦੀ ਹੋਰ ਕੋਈ ਸ਼ੈ ਦੀ
ਕਿਸੇ ਚੀਜ਼ ਦੀ ਕੋਈ ਅੰਦਰ ਤਲਬ ਨਹੀਂ, ਇੱਛਾ ਨਹੀਂ, ਜ਼ਰੂਰਤ ਨਹੀਂ ਹੈ। तब पातशाह समझ कर उठ गया। उस वक्त बादशाह नूं गल दी समझ लगी। बादशाह सारी गल समझ के महाराज जी दे कोलों ते सिर झुका के खड़ा हो गया। उतों फिर अगे चला गया अपने महलों वल नूं। बाबा रवदा रहा ते सतगुरु गुरु नानक देव जी महाराज उतों अगे चले गए। उतों फिर होर दुनिया दा भला करन दे लई गुरु नानक देव जी महाराज अगले पड़ाव ते चले गए। बोलो जी वाहेगुरु, बोलो जी वाहेगुरु।